ਨਾਵਲ ਇੱਕ ਮਿਆਨ ਦੋ ਤਲਵਾਰਾਂ, ਨਾਵਲਕਾਰ ਨਾਨਕ ਸਿੰਘ, ਭਾਗ ਪਹਿਲਾ ਤੇ ਕਾਂਡ 6ਵਾਂ। ਹਰਨਪੁਰ ਤੇ ਮਲਕਵਾਲ, ਇਹਨਾਂ ਦੋਹਾਂ ਕਸਬਿਆਂ ਨੂੰ ਦਰਿਆ ਦੀ ਲੀਕ ਨੇ ਨਖੇੜਿਆ ਹੋਇਆ ਹੈ। ਉੱਤਰ ਵਾਲੇ ਕੰਢੇ ਤੋਂ ਕੁੱਲ 1 ਮੀਲ ਦੀ ਵਾਟ ਤੇ ਮਲਕਵਾਲ ਹੈ ਤੇ ਪੱਛਮ ਦੇ ਕਿਨਾਰੇ ਤੋਂ ਉਦੋਂ ਕੁਝ ਵਧੇਕ ਹਟਵੇਂ ਥਾਂ ਹਰਨਪੁਰ। ਪਾਰਲਾ ਕਸਬਾ ਗੁਜਰਾਤ ਦੇ ਜ਼ਿਲ੍ਹੇ ਨਾਲ ਲੱਗਦਾ ਹੈ ਤੇ ਉਰਾਰਲਾ ਜੇਹਲਮ ਜ਼ਿਲ੍ਹੇ ਨਾਲ। ਹਰਨਪੁਰ ਨੂੰ ਜਿਸ ਤਰ੍ਹਾਂ ਸੋਢੀਆਂ ਨੇ ਆ ਵਸਾਇਆ ਸੀ, ਲਗਭਗ ਇਸ ਤਰ੍ਹਾਂ ਮਲਕਵਾਲ ਨੂੰ ਟਿਵਾਣੇ ਮਲਕਾਂ ਨੇ। ਇਸੇ ਕਰਕੇ ਵਸਤੀ ਦਾ ਨਾਂ ਮਲਕਵਾਲ ਪੈ ਗਿਆ। ਹਰਨਪੁਰ ਵਾਂਗ ਮਲਕਵਾਲ ਵੀ ਬੜੀ ਵੇਰਾਂ ਦਰਿਆ ਦੀਆਂ ਮਾਰਾਂ ਖਾ ਖਾ ਉਜੜਿਆ ਤੇ ਮੁੜ ਵਸਿਆ। ਸ਼ਾਇਦ ਹਰਨਪੁਰ ਨਾਲੋਂ ਵੀ ਬਹੁਤੀ ਵੇਰਾਂ, ਕਿਉਂਕਿ ਇਹ ਬਸਤੀ ਅਸਲੋਂ ਹੀ ਦਰਿਆ ਦੀ ਕੰਢੀ ਲਾਗੇ ਸੀ। ਟਿਵਾਣਾ ਖਾਨਦਾਨ ਦੇ ਜਿਸ ਬਜ਼ੁਰਗ ਨੇ ਮਲਕਵਾਲ ਦੀ ਨੀਂਹ ਰੱਖੀ ਸੀ, ਉਸ ਦੀਆਂ ਅਗਲੀਆਂ ਅਗਲੇਰੀਆਂ ਪੀੜ੍ਹੀਆਂ ਲਗਭਗ ਸਾਰੀਆਂ ਹੀ ਰੱਜੀਆਂ ਪੁੱਜੀਆਂ ਸਨ। ਖਾਸ ਕਰਕੇ ਮੌਜੂਦਾ ਪੀੜ੍ਹੀ ਤਾਂ ਐਸ਼ਵਰਜ ਦੀ ਸਿਖਰ ਤੇ ਪਹੁੰਚ ਚੁੱਕੀ ਸੀ। ਆਮ ਰਵਾਇਤਾਂ ਅਨੁਸਾਰ ਟਿਵਾਣਿਆਂ ਦਾ ਪਿੱਛਾ ਕਿਸੇ ਹਿੰਦੂ ਰਾਜਪੂਤ ਖਾਨਦਾਨ ਨਾਲ ਰਲਦਾ ਸੀ, ਜਿਹੜੇ ਕਿਹਾ ਜਾਂਦਾ ਹੈ ਕਿ ਮੁਗਲੀ ਰਾਜ ਦੇ ਸਮੇਂ ਮੁਸਲਮਾਨ ਹੋ ਗਏ ਸਨ, ਜਿਸ ਕਰਕੇ ਸਰਕਾਰੀ ਅਹੁਦਿਆਂ ਤੇ ਚਲੇ ਆਏ ਸਨ। ਜ਼ਿਲ੍ਹਾ ਗੁਜਰਾਤ ਪੰਜਾਬ ਦਾ ਇਹ ਇਲਾਕਾ ਜਿਸ ਉੱਤੇ ਇਹਨਾਂ ਨੇ ਮਲਕਵਾਲ ਵਸਾਇਆ, ਇੱਥੋਂ ਦੀ ਬਹੁਤ ਸਾਰੀ ਜ਼ਮੀਨ ਉਹਨਾਂ ਲੋਕਾਂ ਨੂੰ ਸਰਕਾਰੀ ਖਿਦਮਤਾਂ ਬਦਲੇ ਜਾਗੀਰ ਦੀ ਸ਼ਕਲ ਵਿੱਚ ਪ੍ਰਾਪਤ ਹੋਈ ਸੀ। ਟਿਵਾਣੇ ਮਲਕਾਂ ਨੂੰ ਲੱਗੀ ਹੋਈ ਇਹ ਪੁਸ਼ਤੈਨੀ ਜਾਗ ਅੰਗਰੇਜ਼ੀ ਰਾਜ ਵਿੱਚ ਹੋਰ ਵੀ ਆੜੇ ਆਈ। ਦੱਸਿਆ ਜਾਂਦਾ ਹੈ ਕਿ ਸੰਨ 57 ਦੇ ਗਦਰ ਵੇਲੇ ਟਿਵਾਣਿਆਂ ਨੇ ਤਖਤ ਬਰਤਾਨੀਆ ਦੀ ਨਿਮਕ ਹਲਾਲੀ ਦਾ ਪੁੱਜ ਕੇ ਸਬੂਤ ਦਿੱਤਾ, ਜਿਸ ਬਦਲੇ ਅੰਗਰੇਜ਼ੀ ਸਰਕਾਰ ਨੇ ਨਾ ਕੇਵਲ ਉਹਨਾਂ ਨੂੰ ਜਗੀਰਾਂ ਦੀ ਹੀ ਬਖਸ਼ਿਸ਼ ਨਾਲ ਨਿਵਾਜਿਆ, ਬਲਕਿ ਵੱਡੇ ਵੱਡੇ ਸਰਕਾਰੀ ਅਹੁਦਿਆਂ ਨਾਲ ਵੀ। 57 ਦੇ ਗਦਰ ਤੋਂ 57 ਵਰ੍ਹੇ ਬਾਅਦ ਅਰਥਾਤ ਸੰਨ 1914 ਵਿੱਚ ਜਦੋਂ ਪਹਿਲੀ ਵੱਡੀ ਲੜਾਈ ਦਾ ਆਰੰਭ ਹੋਇਆ ਤਾਂ ਟਿਵਾਣਿਆਂ ਦੇ ਭਾਗ ਦਾ ਸਿਤਾਰਾ ਹੋਰ ਵੀ ਚਮਕਿਆ, ਜਦ ਅੰਗਰੇਜ਼ਾਂ ਨੂੰ ਪੰਜਾਬ ਵਿੱਚੋਂ ਰੰਗਰੂਟ ਭਰਤੀ ਕਰਨ ਦੀ ਲੋੜ ਪਈ। ਇਹ ਜ਼ਮਾਨਾ ਮਲਕ ਉਮਰ ਹਯਾਤ ਦੀ ਪੀੜ੍ਹੀ ਦਾ ਸੀ, ਜਿਹੜਾ ਬਹੁਤ ਉੱਚੀਆਂ ਸ਼ਾਨਾਂ ਦਾ ਮਾਲਕ ਹੋਣ ਕਰਕੇ ਨਾ ਕੇਵਲ ਆਪਣੇ ਗੁਜਰਾਤ ਜ਼ਿਲ੍ਹੇ ਵਿੱਚ ਹੀ ਮੰਨਿਆ ਹੋਇਆ ਸੀ, ਬਲਕਿ ਜ਼ਿਲ੍ਹਾ ਜੇਹਲਮ ਤੋਂ ਲੈ ਕੇ ਰਾਵਲਪਿੰਡੀ ਤੱਕ ਉਸ ਦੀ ਤੂਤੀ ਬੋਲਦੀ ਸੀ। ਉਸ ਦੇ ਅਨੇਕਾਂ ਪੁੱਤ ਭਤੀਜੇ ਸਰਕਾਰੀ ਅਹੁਦਿਆਂ ਨੂੰ ਸੰਭਾਲੀ ਬੈਠੇ ਸਨ। ਅਤਕਥਨੀ ਨਹੀਂ ਹੋਵੇਗੀ ਜੇ ਕਿਹਾ ਜਾਵੇ ਕਿ ਜੰਗੀ ਭਰਤੀ ਦੇ ਮਾਮਲੇ ਵਿੱਚ ਉਮਰ ਹਯਾਤ ਟਿਵਾਣੇ ਦਾ ਨੰਬਰ ਸਭ ਤੋਂ ਅੱਵਲ ਸੀ, ਜਿਸ ਦੇ ਸਿਲੇ ਵਿੱਚ ਕਦਰਦਾਨ ਹਕੂਮਤ ਨੇ ਜੰਗ ਤੋਂ ਬਾਅਦ ਨਿਰਾ ਅਹੁਦਿਆਂ ਜਗੀਰਾਂ ਨਾਲ ਹੀ ਮਲਕ ਸਾਹਿਬ ਨੂੰ ਨਹੀਂ ਨਵਾਜਿਆ, ਬਲਕਿ ਉਹਨਾਂ ਦੇ ਵੱਡੇ ਪੁੱਤਰ ਖਿਜ਼ਰ ਹਯਾਤ ਨੂੰ ਸਰ ਦਾ ਖਿਤਾਬ ਵੀ ਅਦਾ ਕੀਤਾ। ਸੰਨ 1914 ਤੋਂ ਲੈ ਕੇ ਜਿੰਨਾ ਚਿਰ ਲੜਾਈ ਲੱਗੀ ਰਹੀ, ਲਗਭਗ ਓਨਾ ਹੀ ਚਿਰ ਪੰਜਾਬ ਵਿੱਚ ਭਰਤੀ ਦਾ ਦੌਰਾ ਰਿਹਾ। ਵੱਡੇ ਵੱਡੇ ਸਰਕਾਰ ਪ੍ਰਸਤਾਂ ਦੀ ਆਪੋ ਵਿੱਚ ਇੱਕ ਕਿਸਮ ਦੀ ਹੋੜ ਲੱਗੀ ਹੋਈ ਸੀ ਕਿ ਕੌਣ ਸਭ ਤੋਂ ਵੱਧ ਰੰਗਰੂਟ ਭਰਤੀ ਕਰਾਉਂਦਾ ਹੈ। ਇਹੋ ਹੋੜ ਪੰਜਾਬ ਦੇ ਇਹਨਾਂ ਦੋਹਾਂ ਜ਼ਿਲ੍ਹਿਆਂ ਜੇਹਲਮ ਤੇ ਗੁਜਰਾਤ ਵਿੱਚ ਵੀ ਚੱਲ ਰਹੀ ਸੀ। ਜੇਹਲਮ ਦਾ ਜ਼ਿਲ੍ਹਾ ਭਾਵੇਂ ਛੋਟੀਆਂ ਕੁੱਲ 3 ਤਹਿਸੀਲਾਂ ਪਿੰਡ ਦਾਦਨਖਾਂ, ਚੱਕਵਾਲ ਤੇ ਜੇਹਲਮ ਨਾਲ ਮੁਸ਼ਤਮਿਲ ਹੋਣ ਕਰਕੇ ਸਭਨਾਂ ਜ਼ਿਲ੍ਹਿਆਂ ਤੋਂ ਛੋਟਾ ਹੈ, ਪਰ ਇਸ ਜ਼ਿਲ੍ਹੇ ਦੇ ਦਰਿਆਈ ਹਵਾ ਪਾਣੀ ਦੇ ਅਸਰ ਕਰਕੇ ਇੱਥੋਂ ਦੇ ਵਸਨੀਕ ਮੁਕਾਬਲਤਨ ਕੱਦਾਵਰ ਤੇ ਚੁਸਤ ਹੁੰਦੇ ਨੇ, ਖਾਸ ਕਰਕੇ ਮੁਸਲਿਮ ਤਬਕੇ ਦੇ ਲੋਕੀ, ਜਿਸ ਕਰਕੇ ਭਰਤੀ ਦਾ ਬਹੁਤਾ ਦਾਰੋਮਦਾਰ ਇਸੇ ਜ਼ਿਲ੍ਹੇ ਉੱਤੇ ਸਮਝਿਆ ਜਾਂਦਾ ਸੀ। ਇਹੋ ਵਜ੍ਹਾ ਸੀ ਕਿ ਇੱਕ ਪਾਸੇ ਜੇ ਸੋਢੀ ਸਾਹਿਬਜ਼ਾਦੇ, ਜਿਨ੍ਹਾਂ ਦਾ ਸਾਰੇ ਜ਼ਿਲ੍ਹੇ ਵਿੱਚ ਅਸਰ ਤੇ ਨਾਲੇ ਕਿਸੇ ਹੱਦ ਤੱਕ ਸਿੱਖੀ ਸੇਵਕੀ ਅਜੇ ਤੱਕ ਹੈ ਸੀ, ਭਰਤੀ ਲਈ ਪੂਰਾ ਤਾਣ ਲਾ ਰਹੇ ਸਨ, ਤਾਂ ਦੂਜੇ ਪਾਸੇ ਗੁਜਰਾਤ ਜ਼ਿਲ੍ਹੇ ਦੇ ਟਿਵਾਣੇ ਮਲਕ ਵੀ ਇਸ ਜ਼ਿਲ੍ਹੇ ਵੱਲ ਹੱਥ ਮਾਰਦੇ ਰਹਿੰਦੇ ਸਨ। ਇਲਾਕਾ ਭਾਵੇਂ ਉਹਨਾਂ ਦਾ ਨਾਂ ਸਹੀ, ਪਰ ਭਰਾਵਾਂ ਦੇ ਤੇ ਢੋਡਰ ਕਾਵਾਂ ਦੇ ਭਰਤੀ ਹੋਣ ਵਾਲੇ ਚੂੰਕਿ ਮੁਸਲਮਾਨ ਹੀ ਸਨ, ਇਸ ਲਈ ਟਿਵਾਣੇ ਮਲਕ ਨੂੰ ਸਾਂਝੇ ਮਜ਼ਹਬ ਦੇ ਨਾਂ ਤੇ ਇੱਥੋਂ ਮੂੰਹੋਂ ਮੰਗੀ ਭਰਤੀ ਮਿਲ ਜਾਂਦੀ। ਪਰ ਜਿਨ੍ਹਾਂ ਲੋਕਾਂ ਸਾਹਿਬਜ਼ਾਦਿਆਂ ਦਾ ਇਸ ਜ਼ਿਲ੍ਹੇ ਉੱਤੇ ਦਾਈਆ ਸੀ, ਉਹ ਅਕਸਰ ਮੂੰਹ ਤੱਕਦੇ ਹੀ ਰਹਿ ਜਾਂਦੇ। ਸਫਲਤਾ ਜੇ ਥੋੜੀ ਬਹੁਤੀ ਉਹਨਾਂ ਨੂੰ ਮਿਲਦੀ ਸੀ ਤਾਂ ਹਿੰਦੂ ਸਿੱਖ ਰੰਗਰੂਟ ਭਰਤੀ ਕਰਨ ਵਿੱਚ ਹੀ, ਪਰ ਮੁਸਲਮਾਨਾਂ ਦੇ ਟਾਕਰੇ ਵਿੱਚ ਇਹ ਇਤਨੇ ਥੋੜੇ ਸਨ ਕਿ ਆਟੇ ਵਿੱਚ ਲੂਣ ਮਾਤਰ ਹੀ। ਹਰਨਪੁਰ ਜਿਹੜਾ ਕਦੀ ਸੋਢੀ ਸਾਹਿਬਜ਼ਾਦਿਆਂ ਦਾ ਗੜ੍ਹ ਦਿੰਦਾ ਸੀ, ਭਾਵੇਂ ਉਸ ਦੀ ਪਹਿਲਾਂ ਵਰਗੀ ਹਾਲਤ ਨਹੀਂ ਸੀ ਰਹੀ, ਫਿਰ ਵੀ ਜਿਵੇਂ ਅਖਾਣ ਹੈ, ਵੱਡੇ ਘਰਾਂ ਦੀਆਂ ਘਰੋੜੀਆਂ ਮਾਣ ਨਹੀਂ ਹੁੰਦੀਆਂ,
ਆਪਣੀਆਂ ਰਵਾਇਤਾਂ ਦਾ ਕੁਝ ਨਾ ਕੁਝ ਅਸਰ ਤਾਂ ਇਸ ਵਿੱਚ ਮੌਜੂਦ ਸੀ। ਇੱਥੋਂ ਦੇ ਜਿਹੜੇ ਸੋਢੀ ਦੂਰ ਦਰਾਜ਼ ਜਾ ਵਸੇ ਸਨ, ਉਹਨਾਂ ਵਿੱਚੋਂ ਵੀ ਕਈਆਂ ਨੇ ਕੁਝ ਸਮੇਂ ਲਈ ਮੁੜ ਹਰਨਪੁਰ ਨੂੰ ਆ ਭਾਗ ਲਾਏ ਤੇ ਆਪੋ ਆਪਣੀ ਸਿੱਖੀ ਸੇਵਕੀ ਦੇ ਇਲਾਕਿਆਂ ਵਿੱਚ ਫਿਰ ਨਿਕਲੇ। ਭਾਵੇਂ ਸਿੱਖੀ ਸੇਵਕੀ ਹੁਣ ਨਾ ਗਿਣਾਉਣੀ ਹੀ ਰਹਿ ਗਈ ਸੀ, ਪਰ ਇਹ ਤਾਂ ਸਰਕਾਰ ਦੀ ਸੇਵਾ ਦਾ ਮਾਮਲਾ ਸੀ, ਜਿਸ ਵਿੱਚ ਹਰ ਆਪਣੇ ਪਰਾਏ ਦਾ ਫਰਜ਼ ਬਣਦਾ ਸੀ ਹਿੱਸਾ ਪਾਉਣ ਦਾ। ਹਰ ਕੋਈ ਚੜ੍ਹਦੇ ਸੂਰਜ ਦੀ ਪੂਜਾ ਕਰਦਾ ਹੈ। ਲੜਾਈ ਦੇ ਆਰੰਭ ਵਿੱਚ ਤਾਂ ਭਰਤੀ ਖੂਬ ਤੇਜ਼ੀ ਨਾਲ ਹੁੰਦੀ ਰਹੀ ਸੀ, ਪਰ ਮਗਰੋਂ ਅੰਗਰੇਜ਼ਾਂ ਨੂੰ ਪੈ ਦਰ ਪੈ ਮਿਲ ਰਹੀਆਂ ਹਾਰਾਂ ਦਾ ਨਤੀਜਾ ਹੋਇਆ ਕਿ ਪਿੰਡਾਂ ਦੇ ਗੱਭਰੂ ਭਰਤੀ ਦੇ ਨਾਂ ਤੋਂ ਕੰਨੀ ਕਤਰਾਣ ਲੱਗ ਪਏ। ਉਹਨਾਂ ਨੂੰ ਵਿਸ਼ਵਾਸ ਹੋ ਚੁੱਕਾ ਸੀ ਕਿ ਜਿਹੜਾ ਬੰਦਾ ਵੀ ਇੱਕ ਵਾਰੀ ਮੈਦਾਨੇ ਜੰਗ ਵਿੱਚ ਗਿਆ ਕਿ ਉਸ ਦੇ ਜਿਉਂਦਿਆਂ ਪਰਤਣ ਦੀ ਕੋਈ ਆਸ ਨਹੀਂ ਸੀ। ਨਤੀਜਾ ਹੋਇਆ ਕਿ ਜਿੱਥੇ ਵੀ ਭਰਤੀ ਲਈ ਕੋਈ ਪਾਰਟੀ ਜਾਂਦੀ, 5-5 7-7 ਕੋਹਾਂ ਵਿੱਚ ਦੇ ਪਿੰਡ ਗੱਭਰੂਆਂ ਤੋਂ ਖਾਲੀ ਦਿਖਾਈ ਦਿੰਦੇ। ਰਾਤੋਂ ਰਾਤ ਉਹ ਪਤਾ ਨਹੀਂ ਕਿਹੜੇ ਪਾਸੇ ਛਾਈਮਾਈ ਹੋ ਜਾਂਦੇ ਤੇ ਤਦ ਤੀਕ ਘਰਾਂ ਵੱਲ ਮੂੰਹ ਨਾ ਕਰਦੇ ਜਦ ਤੀਕ ਭਰਤੀ ਵਾਲੇ ਦਫਾ ਨਾ ਹੋ ਜਾਂਦੇ। ਤੇ ਉਸ ਤੋਂ ਬਾਅਦ ਜਦੋਂ ਜਬਰੀ ਭਰਤੀ ਦਾ ਕਾਨੂੰਨ ਲਾਗੂ ਹੋਇਆ ਤਾਂ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ। ਰੰਗਰੂਟਾਂ ਬਿਨਾਂ ਤਾਂ ਜੰਗ ਦੇ ਰਾਕਸ਼ ਦੀ ਭੁੱਖ ਮਿਟ ਹੀ ਨਹੀਂ ਸੀ ਸਕਦੀ, ਭਾਵੇਂ ਕਿਸੇ ਵੀ ਕੀਮਤ ਤੇ ਭਰਤੀ ਕਰਨੇ ਪੈਣ। ਉਨੀ ਦਿਨੀ ਹਰ ਭਰਤੀ ਹੋਣ ਵਾਲੇ ਨੂੰ 3 ਮਹੀਨਿਆਂ ਦੀ ਤਨਖਾਹ ਪੇਸ਼ਗੀ ਦਿੱਤੀ ਜਾਂਦੀ ਸੀ ਤੇ ਇੱਧਰ ਦੇਸ਼ ਵਿੱਚ ਪੂਰੇ ਤੌਰ ਤੇ ਭੁੱਖ ਨੰਗ ਦਾ ਰਾਜ ਸੀ। ਸੋ ਜਿਨ੍ਹਾਂ ਵਿਚਾਰਿਆਂ ਨੂੰ ਟੱਬਰ ਦਾ ਪੇਟ ਪਾਲਣ ਲਈ ਹੋਰ ਕੋਈ ਰਾਹ ਨਹੀਂ ਸੀ ਲੱਭਦਾ, ਇਸ ਰਕਮ ਦੀ ਪ੍ਰਾਪਤੀ ਲਈ ਉਹਨਾਂ ਨੂੰ ਮਜਬੂਰਨ ਬਲਦੀ ਦੇ ਬੁੱਥੇ ਜਾਣ ਲਈ ਤਿਆਰ ਹੋਣਾ ਪੈਂਦਾ। ਭਰਤੀ ਵਾਲਿਆਂ ਨੇ ਤਾਂ ਹਰ ਹਾਲਤ ਵਿੱਚ ਸਰਕਾਰ ਭਗਤੀ ਦਾ ਸਬੂਤ ਦੇਣਾ ਹੀ ਸੀ, ਜਿਸ ਬਦਲੇ ਉਹਨਾਂ ਨੂੰ ਸਰਕਾਰਾਂ ਵੱਲੋਂ ਬੜਾ ਕੁਝ ਮਿਲਣ ਦੀ ਆਸ ਸੀ। ਸੋ ਉਹਨਾਂ ਨੇ ਇੱਕ ਨਵਾਂ ਢੰਗ ਵਰਤਣਾ ਸ਼ੁਰੂ ਕਰ ਦਿੱਤਾ, ਅਰਥਾਤ ਪੇਸ਼ਗੀ ਤੋਂ ਛੁੱਟ ਕੁਝ ਰਕਮ ਆਪਣੇ ਪੱਲਿਓਂ ਵੀ ਭਰਤੀ ਹੋਣ ਵਾਲਿਆਂ ਦੀ ਭੇਟਾ ਕੀਤੀ ਜਾਣ ਲੱਗ ਪਈ। ਇਹ ਕਾਮਯਾਬ ਜੁਗਤ ਸਭ ਤੋਂ ਪਹਿਲਾਂ ਕਿਸ ਨੂੰ ਸੁੱਝੀ, ਇਹ ਤਾਂ ਕੋਈ ਨਹੀਂ ਜਾਣਦਾ, ਪਰ ਇਸ ਜੁਗਤ ਨੇ ਭਰਤੀਦਾਰਾਂ ਦੀ ਉਮੀਦ ਤੋਂ ਵੱਧ ਮਦਦ ਕੀਤੀ। ਭਰਤੀਬਾਜ਼ ਲੋਕ ਚੰਗੇ ਮਾਲਦਾਰ ਲੋਕ ਸਨ, ਜਿਸ ਕਰਕੇ ਮਾਮਲਾ ਸ਼ੁਰੂ ਹੋ ਗਿਆ ਨਿਲਾਮੀ ਦਾ। ਜਿਹੜਾ ਵੱਧ ਬੋਲੀ ਦੇਵੇ ਉਹ ਬਹੁਤੇ ਰੰਗਰੂਟ ਪ੍ਰਾਪਤ ਕਰੇ। ਸ਼ੁਰੂ ਵਿੱਚ ਇਹ ਰਕਮ 50 ਰੁਪਏ ਤੱਕ ਸੀਮਤ ਸੀ, ਜਿਹੜੀ ਵੱਧਦੀ 100 ਤੱਕ ਜਾ ਪਹੁੰਚੀ ਤੇ ਫਿਰ ਇਦੋਂ ਵੀ ਵੱਧ ਗਈ। ਰਕਮ ਦੀ ਪ੍ਰਾਪਤੀ ਲਈ ਕਿਸ ਦੇ ਮੂੰਹ ਵਿੱਚ ਪਾਣੀ ਨਾ ਆਉਂਦਾ, ਜਦਕਿ ਬੇਰੁਜ਼ਗਾਰੀ ਨੇ ਪਿੰਡਾਂ ਦਾ ਕਚੁੰਬਰ ਕੱਢ ਕੇ ਰੱਖ ਦਿੱਤਾ ਸੀ। ਭਰਤੀ ਦੀ ਮੁਹਿੰਮ ਜਿਹੜੀ ਉੱਕਾ ਹੀ ਮੰਦੀ ਪੈ ਗਈ ਸੀ, ਇਸ ਨਵੇਂ ਢੰਗ ਨਾਲ ਇੱਕ ਵਾਰ ਫੇਰ ਤੇਜ਼ ਹੋ ਗਈ, ਪਰ ਉਹਨਾਂ ਹੀ ਭਰਤੀਬਾਜ਼ਾਂ ਲਈ ਜਿਨ੍ਹਾਂ ਪਾਸ ਦੌਲਤ ਸੀ, ਜਿਹੜੇ ਵਿਚਾਰੇ ਕਈ ਟੁੱਟ ਪੂੰਝੇ ਸਨ, ਦਮ ਹਾਰ ਕੇ ਬੈਠ ਗਏ। ਇੰਜ ਵੇਖਦਿਆਂ ਹੀ ਵੇਖਦਿਆਂ ਗੁਜਰਾਤ ਤੇ ਜੇਲਮ ਦੇ ਦੋਹਾਂ ਜ਼ਿਲ੍ਹਿਆਂ ਚੋਂ 70% ਜਵਾਨ ਭਰਤੀ ਹੋ ਕੇ ਜਹਾਜ਼ਾਂ ਤੇ ਚੜ੍ਹ ਗਏ ਤੇ ਇਸ ਦਾ ਸਿਹਰਾ ਵਿਸ਼ੇਸ਼ ਤੌਰ ਤੇ ਮਲਕ ਵਾਲੀਏ ਟਿਵਾਣਾ ਦੇ ਸਿਰ ਸੀ, ਕਿਉਂਕਿ ਉਹਨਾਂ ਪਾਸ ਪੈਸੇ ਦਾ ਕੋਈ ਪਾਰਾਵਾਰ ਨਹੀਂ ਸੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਦੂਸਰੇ ਭਰਤੀਬਾਜ਼, ਜਿਨ੍ਹਾਂ ਵਿੱਚ ਸਾਹਿਬਜ਼ਾਦੇ ਵੀ ਸ਼ਾਮਲ ਸਨ, ਉੱਕਾ ਹੀ ਨਿਕੰਮੇ ਸਾਬਤ ਹੋਏ। ਜਿੰਨਾ ਕਿਸੇ ਵਿੱਚ ਤਾਣ ਸੀ, ਲਾਣੋਂ ਫਰਕ ਨਹੀਂ ਸੀ ਕੀਤਾ ਜਾ ਰਿਹਾ। ਵਿੱਤ ਅਨੁਸਾਰ ਸਭਨਾਂ ਨੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਇਆ। ਹਰਨਪੁਰੀਆ ਸੁਖਦੇਵ ਸਿੰਘ ਵੀ ਉਹਨੇ ਦਿਨੀ ਭਰਤੀ ਦੀ ਮੁਹਿੰਮ ਵਿੱਚ ਸਰਗਰਮ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਇਕ ਹਾਲਤ ਪਤਲੀ ਹੋਣ ਕਰਕੇ ਬਾਬਾ ਜੀ ਨੂੰ ਮਨ-ਮੰਨੇ ਰੰਗਰੂਟ ਨਾ ਮਿਲ ਸਕੇ, ਫਿਰ ਵੀ ਜਿੱਥੇ ਤੱਕ ਘੋੜਾ ਭਜਾ ਸਕਦੇ ਸਨ, ਭਜਾਣੋਂ ਉਹਨਾਂ ਫਰਕ ਨਹੀਂ ਸੀ ਰੱਖਿਆ। ਸੁਭਾਅ ਦੇ ਮੁੱਢ ਤੋਂ ਹੀ ਅਣਖੀ ਤੇ ਹੱਠ ਦੇ ਪੀਢੇ ਸਨ, ਜਿਸ ਕੰਮ ਲਈ ਇੱਕ ਵਾਰ ਤੁਲ ਖਲੋਣ ਪਿੱਛੇ ਹਟਣਾ ਨਹੀਂ ਸਨ ਜਾਣਦੇ। ਮਲਕ ਵਾਲੀਏ ਟਿਵਾਣਿਆਂ ਨਾਲ ਉਹਨਾਂ ਦੀ ਪਿਓ ਦਾਦੇ ਦੇ ਵੇਲੇ ਤੋਂ ਹੀ ਖੈਮਖਾ ਚੱਲੀ ਆ ਰਹੀ ਸੀ। ਜਦ ਕਦੇ ਵੀ ਉਹ ਆਪਣਾ ਦਰਬਾਰੀ ਚੋਗਾ ਪਹਿਨ ਕੇ ਕਿਸੇ ਅਫਸਰ ਦੀ ਹਾਜ਼ਰੀ ਵਿੱਚ ਮੌਜੂਦ ਹੁੰਦੇ ਤਾਂ ਅਵਸ਼ ਹੀ ਮਲਕਵਾਲ ਦਾ ਕੋਈ ਨਾ ਕੋਈ ਟਿਵਾਣਾ ਵੀ ਉੱਥੇ ਹੁੰਦਾ, ਜਿਨ੍ਹਾਂ ਨੂੰ ਬਾਬਾ ਜੀ ਦਾ ਚੋਗਾ ਮੱਥਿਓਂ ਦੁਖਦਾ ਸੀ। ਆਪਣੇ ਮੁਕਾਬਲੇ ਵਿੱਚ ਉਹ ਲੋਕ ਕਿਸੇ ਨੂੰ ਗਿਣਤੀ ਵਿੱਚ ਨਹੀਂ ਸਨ ਲਿਆਉਂਦੇ। ਖਾਸ ਕਰਕੇ ਇਹ ਬਾਬਾ ਸੁਖਦੇਵ ਸਿੰਘ ਤਾਂ ਉਹਨਾਂ ਲੋਕਾਂ ਲਈ ਕਿਆ ਪਿੱਦੀ ਦਾ ਸ਼ੋਰਬਾ ਜਿੰਨੀ ਵੁਕਤ ਰੱਖਦਾ ਸੀ। ਬਾਬਾ ਜੀ ਆਪਣੇ ਆਪ ਨੂੰ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ ਸਨ ਸਮਝਦੇ। ਮੰਨਿਆ ਕਿ ਸਮੇਂ ਨੇ ਉਹਨਾਂ ਨੂੰ ਜ਼ਬਰ ਤੋਂ ਜ਼ੇਰ ਕਰ ਦਿੱਤਾ ਸੀ, ਪਰ ਹੈ ਤਾਂ ਆਖਰ ਸੋਢੀ ਖਾਨਦਾਨ ਦੇ ਰੁਕਨ ਸਨ। ਫਿਰ ਕਿਉਂ ਉਹ ਕਿਸੇ ਟੜੇ ਟਵੈਣੇ ਦੀ ਕਾਣ ਸਹਿੰਦੇ। ਉਹ ਅਕਸਰ ਕਿਹਾ ਕਰਦੇ, ਟਿਵਾਣਿਆਂ ਵਿੱਚ ਮੇਰੇ ਨਾਲੋਂ ਵਾਧਾ ਹੈ ਹੀ ਕੀ, ਛੁੱਟ ਇਸ ਤੋਂ ਕਿ ਉਹ ਲੋਕ ਭਰਤੀ ਦੇ ਕੰਮ ਵਿੱਚ ਸਰਕਾਰ ਦੀ ਜ਼ਿਆਦਾ ਮਦਦ ਕਰ ਰਹੇ ਨੇ। ਪਰ ਕੀ ਭਰਤੀ ਦਾ ਕੰਮ ਕੋਈ ਐਡਾ ਮੁਸ਼ਕਿਲ ਸੀ ਜਿਸ ਨੂੰ ਸੋਢੀਆਂ ਦਾ ਇਹ ਕੁਲਦੀਪਕ ਨਹੀਂ ਸੀ ਕਰ ਸਕਦਾ?
ਬਾਬਾ ਜੀ ਨੇ ਇੱਕ ਵਾਰ ਛਾਤੀ ਤੇ ਹੱਥ ਮਾਰ ਕੇ ਇੱਕ ਭਰੀ ਮਜਲਿਸ ਵਿੱਚ ਆਖ ਦਿੱਤਾ ਸੀ, ਜੇ ਟਿਵਾਣਿਆਂ ਨਾਲੋਂ ਦੂਣੀ ਭਰਤੀ ਨਾ ਕਰਾ ਦਿਆਂ ਤਾਂ ਮੈਨੂੰ ਸੋਢੀ ਨਾ ਆਖਣਾ। ਆਪਣੇ ਕਿੱਤੇ ਬਚਨ ਨੂੰ ਪੂਰਾ ਕਰਨ ਦੀ ਖਾਤਰ ਬਾਬਾ ਸੁਖਦੇਵ ਸਿੰਘ ਜੀ ਨੇ ਦਿਨ ਰਾਤ ਇੱਕ ਕਰ ਲਿਆ ਸੀ। ਉਹਨਾਂ ਨੇ ਜਾਨ ਹੂਲਵੀਂ ਮਿਹਨਤ ਸ਼ੁਰੂ ਕੀਤੀ। ਨਿਰਾ ਰੰਗਰੂਟ ਭਰਤੀ ਕਰਾਉਣ ਵਿੱਚ ਹੀ ਨਹੀਂ, ਵਾਰ ਫੰਡ ਲਈ ਚੰਦਾ ਉਗਰਾਉਣ ਵਿੱਚ ਉਹਨਾਂ ਕੋਈ ਕਸਰ ਨਾ ਛੱਡੀ। ਉਹਨਾਂ ਦੀ ਇਸ ਅਣਥੱਕ ਮਿਹਨਤ ਦਾ ਫਲ ਰੂਪ ਵੱਡੇ ਵੱਡੇ ਅਫਸਰਾਂ ਪਾਸੋਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਾਪਤ ਹੁੰਦੇ ਰਹਿੰਦੇ, ਜਿਨ੍ਹਾਂ ਨੂੰ ਉਹ ਬੜਾ ਸੰਭਾਲ ਕੇ ਰੱਖਦੇ। ਉਹਨਾਂ ਨੂੰ ਵਿਸ਼ਵਾਸ ਸੀ ਕਿ ਇਹਨਾਂ ਪ੍ਰਸ਼ੰਸਾ ਪੱਤਰਾਂ ਦੀ ਮਦਦ ਨਾਲ ਕਿਸੇ ਦਿਨ ਉਹਨਾਂ ਦੀ ਸ਼ਾਨੋ ਸ਼ੌਕਤ ਐਸੀ ਬੁਲੰਦੀ ਤੇ ਅੱਪੜ ਜਾਏਗੀ ਕਿ ਟਿਵਾਣੇ ਅੱਖਾਂ ਮਲਦੇ ਰਹਿ ਜਾਣਗੇ। ਬਾਬਾ ਜੀ ਨੂੰ ਵੱਡੇ ਛੋਟੇ ਅਫਸਰਾਂ ਨੇ ਉਮੀਦ ਦਿਵਾਈ ਸੀ ਕਿ ਭਰਤੀ ਦੇ ਕੰਮ ਵਿੱਚ ਜੇ ਉਹ ਟਿਵਾਣਿਆਂ ਤੋਂ ਬਾਜ਼ੀ ਲੈ ਗਏ ਤਾਂ ਇਸ ਦੇ ਸਿਲੇ ਵਿੱਚ ਯਕੀਨਨ ਅੰਗਰੇਜ਼ੀ ਸਰਕਾਰ ਦੀਆਂ ਬਖਸ਼ਿਸ਼ਾਂ ਦੇ ਬੂਹੇ ਉਹਨਾਂ ਲਈ ਖੁੱਲ ਜਾਣਗੇ। ਸਰਕਾਰ ਨੂੰ ਪ੍ਰਸੰਨ ਕਰਨ ਦੇ ਖਿਆਲੋਂ ਤੇ ਭਾਵੇਂ ਟਿਵਾਣਿਆਂ ਨੂੰ ਲੱਤ ਹੇਠੋਂ ਲੰਘਾਉਣ ਖਾਤਰ ਬਾਬਾ ਜੀ ਨੇ ਭਰਤੀ ਦੇ ਕੰਮ ਲਈ ਆਪਣਾ ਸਭੋ ਕੁਝ ਜੂਏ ਦੇ ਦਾਅ ਤੇ ਲਾ ਦਿੱਤਾ ਸੀ। ਕੁਝ ਜੋੜਿਆ ਜੁੜਾਇਆ ਹੈ ਸੀ। ਘਰਾਣੇ ਘਰ ਦੀਆਂ ਦੱਬੀਆਂ ਦਬਾਈਆਂ 10ਵੀਂ ਟੁੰਬਾਂ ਵੀ ਵਜੂਦ ਸਨ। ਹਰਨਪੁਰ ਦੀ ਸੰਘਣੀ ਆਬਾਦੀ 'ਚ 2 ਕੁ ਢੱਠੇ ਡਿੱਗੇ ਮਕਾਨ ਵੀ ਸਨ ਤੇ ਇਹ ਸਭੋ ਕੁਝ ਇੱਕੋ ਛਮਾਹੀ ਵਿੱਚ ਉਹਨਾਂ ਨੇ ਰੰਗਰੂਟਾਂ ਦੀਆਂ ਜੇਬਾਂ ਭਰ ਦਿੱਤੀਆਂ ਸਨ। ਬਾਕੀ ਜੋ ਬਚਿਆ ਰਹਿ ਗਿਆ ਤਾਂ ਇਹੋ ਵੱਡ ਵਡੇਰਿਆਂ ਦੀ ਇੱਕੋ ਇੱਕ ਨਿਸ਼ਾਨੀ ਹਵੇਲੀ। ਸੰਭਵ ਸੀ ਕਿ ਲੱਗਦੇ ਹੱਥ ਇਹ ਵੀ ਬਿਲੇ ਲੱਗ ਜਾਂਦੀ, ਕਿਉਂਕਿ ਇੰਨਾ ਕੁਝ ਕਰਨ ਤੋਂ ਬਾਅਦ ਵੀ ਟਿਵਾਣਿਆਂ ਨੂੰ ਲੱਤ ਥੱਲੋਂ ਕੱਢਣਾ ਤਾਂ ਕਿਤੇ ਰਿਹਾ, ਲੱਤ ਨੂੰ ਛੂਹਣ ਜੋਗੇ ਵੀ ਨਹੀਂ ਸਨ ਹੋਏ। ਪਰ ਹਵੇਲੀ ਦੇ ਨਾਲ ਹੀ ਉਹਨਾਂ ਦੀ ਇੱਜ਼ਤ ਵਕਾਰ ਤੇ ਪਿਤਾ ਪੁਰਖੀ ਜੁੜੀ ਹੋਈ ਸੀ, ਤਾਂ ਕਿ ਟਿਵਾਣਿਆਂ ਨੂੰ ਲੱਤ ਹੇਠੋਂ ਕੱਢਦਿਆਂ ਉਲਟਾ ਮੈਨੂੰ ਹੀ ਉਹਨਾਂ ਦੀ ਲੱਤ ਹੇਠੋਂ ਲੰਘਣਾ ਪਵੇਗਾ। ਇਹ ਇੱਕ ਐਸੀ ਦਿਲ ਤੋੜਵੀਂ ਚਿੰਤਾ ਸੀ ਜਿਸ ਨੇ ਬਾਬਾ ਜੀ ਦੀ ਨਿੰਦਰ ਭੁੱਖ ਹਰਾਮ ਕਰ ਰੱਖੀ ਸੀ। ਇਸ ਸ਼ਿਕਸਤ ਫਾਸ਼ ਨਾਲੋਂ ਤਾਂ ਡੁੱਬ ਮਰਨਾ ਚੰਗਾ, ਬਗਲੀ ਪਾ ਕੇ ਪਿੰਨਣ ਤੁਰ ਪੈਣਾ ਚੰਗਾ। ਸੋਚਦਿਆਂ ਇੱਕ ਹੋਰ ਜੁਗਤ ਉਹਨਾਂ ਨੂੰ ਸੁੱਝ ਪਈ, ਜਿਸ ਦੀ ਮਦਦ ਨਾਲ ਨਾ ਕੇਵਲ ਟਿਵਾਣਿਆਂ ਦਾ ਬੁੱਥਾ ਹੀ ਪਵਾਇਆ ਜਾ ਸਕਦਾ ਸੀ, ਬਲਕਿ ਆਪਣੇ ਭਵਿੱਖ ਨੂੰ 4 ਦੀ ਥਾਂ 8 ਚੰਨ ਲਾਏ ਜਾ ਸਕਦੇ ਸਨ। ਉਹਨਾਂ ਦਾ ਲੜਕਾ ਸੁਦਰਸ਼ਨ ਤਦ ਮੈਟ੍ਰਿਕ ਵਿੱਚ ਪੜ੍ਹ ਰਿਹਾ ਸੀ। ਬਾਬਾ ਜੀ ਨੇ ਤੱਤ ਫੱਟ ਫੈਸਲਾ ਕਰ ਲਿਆ ਕਿ ਸਕੂਲੋਂ ਨਿਕਲਦੇ ਨੂੰ ਹੀ ਉਹ ਕਾਲਜ ਦਾਖਲ ਕਰਾ ਦੇਣਗੇ। BA ਤੀਕ ਉਸ ਨੂੰ ਪੜ੍ਹਾ ਕੇ ਹੀ ਛੱਡਣਗੇ, ਭਾਵੇਂ ਇਸ ਬਦਲੇ ਉਹਨਾਂ ਨੂੰ ਹਵੇਲੀ ਹੀ ਕਿਉਂ ਨਾ ਪਾਂਦੇ ਪਾਣੀ ਪਵੇ। ਅਕਸਰ ਬਾਬਾ ਜੀ ਸੋਚਿਆ ਕਰਦੇ, ਟਿਵਾਣਿਆਂ ਦੇ ਮੁੰਡਿਆਂ ਨੂੰ ਭਲਾ ਕਿਹੜੇ ਸੁਰਖਾਬ ਦੇ ਖੰਭ ਲੱਗੇ ਹੋਏ ਨੇ ਕਿ ਮਸ ਫੁੱਟਦਿਆਂ ਹੀ ਜਿਹੜੇ ਵੱਡੇ ਵੱਡੇ ਸਰਕਾਰੀ ਅਹੁਦਿਆਂ ਤੇ ਜਾ ਡਟਦੇ ਨੇ। ਸਿਰਫ ਇਹੋ ਕਿ ਮਲਕ ਉਮਰ ਹਯਾਤ ਨੇ ਉਹਨਾਂ ਨੂੰ 4 ਵਿੰਗੇ ਟੇਢੇ ਹਰਪੜਾ ਦਿੱਤੇ ਨੇ, ਨਹੀਂ ਤਾਂ ਭਲਾ ਕਿਵੇਂ ਐਡੀ ਜਲਦੀ ਸਿਕੰਦਰ ਤੇ ਖਿਜ਼ਰ ਦਾ ਸਿਤਾਰਾ ਚਮਕ ਪੈਂਦਾ। ਉਸਨੇ ਜੇ ਆਪਣੇ ਮੁੰਡਿਆਂ ਨੂੰ 10-10 ਪੜ੍ਹਾਈਆਂ ਨੇ ਤਾਂ ਮੇਰਾ ਮੁੰਡਾ 14 ਪੜ੍ਹ ਕੇ ਵੈਸਰਾਏ ਦੀ 4 ਕੌਂਸਲ 'ਚ ਬੈਠੇਗਾ। ਫਿਰ ਵੇਖਾਂਗਾ ਇਹ ਲੋਕ ਕਿਵੇਂ ਟਿਕਦੇ ਨੇ ਮੇਰੇ ਮੁਕਾਬਲੇ ਵਿੱਚ। ਹਾਲਾਤ ਜੇ ਪਹਿਲਾਂ ਵਰਗੇ ਹੁੰਦੇ ਤਾਂ ਕਾਲਜ ਦੀ ਪੜ੍ਹਾਈ ਕਰਾਉਣੀ ਉਹਨਾਂ ਲਈ ਕੋਈ ਔਖੀ ਨਹੀਂ ਸੀ, ਪਰ ਜਿਸ ਬੇਦਰਿਗੀ ਨਾਲ ਉਹਨਾਂ ਨੇ ਸਰਕਾਰ ਪੂਜਾ ਦੇ ਹਵਨ ਕੁੰਡ ਵਿੱਚ ਪੈਸੇ ਦੀ ਆਹੂਤੀ ਦਿੱਤੀ, ਇਸ ਦੇ ਫਲਸਰੂਪ ਉਹ ਅਸਲੋਂ ਹੀ ਹੰਗਾਲੇ ਗਏ ਸਨ। ਪਰ ਹੀਰਿਆਂ ਦੀ ਖਾਨ ਲੱਭਣ ਲਈ ਕਿਸ ਨੂੰ ਪਹਾੜ ਨਾਲ ਟੱਕਰਾਂ ਨਹੀਂ ਭਿੜਨੀਆਂ ਪੈਂਦੀਆਂ। ਸਰਕਾਰ ਦੀ ਇੱਕੋ ਵਾਰ ਨਜ਼ਰ ਸਵੱਲੀ ਹੋਣ ਦੀ ਢਿੱਲ ਹੈ ਕਿ ਸਾਰੇ ਧੋਣੇ ਧੋਤੇ ਜਾਣਗੇ। ਨਾਲੇ ਟਿਵਾਣਿਆਂ ਨੂੰ ਵੀ ਤਾਂ ਉਸ ਹਾਲਤ ਵਿੱਚ ਲੱਤ ਹੇਠੋਂ ਕੱਢਿਆ ਜਾ ਸਕੇਗਾ। ਇਹੋ ਸੋਚ ਵਿਚਾਰ ਕੇ ਉਹਨਾਂ ਨੇ ਦਿਲ ਨਾਲ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋ ਜਾਏ, ਸੁਦਰਸ਼ਨ ਨੂੰ BA ਕਰਾਏ ਬਿਨਾਂ ਉਹ ਦਮ ਨਹੀਂ ਲੈਣਗੇ।